जाकै वस है काम तेना, सो ऐसा हर त्याय मेरे जियड़े। सो ऐसा हर त्याय मेरे जियड़े। तां सर्ब सुख पावह मेरे मना। असी सरनी आए हाँ, चरनी लावो चरनी लावो। सरनी आए हाँ, चरनी लावो चरनी लावो। चरनी आए हाँ, चरनी लावो चरनी लावो। असी चरनी आए हाँ, चरनी लावो चरनी लावो। चरनी आए हाँ, चरनी लावो चरनी लावो। चरनी आए हाँ, चरनी लावो चरनी लावो। सरनी आए हाँ, चरनी लावो चरनी लावो। सरनी आए हाँ, चरनी लावो चरनी लावो। चरनी 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 लावो चरनी लावो। चरनी लावो चरनी लावो। चरनी लावो चरनी लावो चरनी लावो चरनी लावो। चरनी लावो चरनी लावो चरनी लावो। 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 चरनी लावो चरनी लावो। चरनी लावो चरनी लावो। चरनी लावो चरनी लावो। चरनी लावो चरनी लावो चरनी लावो। 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 लावो चरनी लावो। चरनी लावो चरनी लावो। परम सत्कारयोग सतगुरां दी साजी ते नवाजी होई गुरु प्यारी गुरु सवारी साध संगत जी, सब नूं पता है बहुत सत्कारयोग परिवार भाई साहब भाई जीता सिंह जी उन्हां दा सारा परिवार जिन्हां ने किसे समय दे विच संकल्प धारिया सी, मन विच भावना बनाई कि साडा कारज सिद्ध हो जावे। सो गुरु प्यारिओ, इस परिवार की अरदास बेनती सतगुरां ने संपूर्ण कीती है
ਸਾਰੇ ਪਰਿਵਾਰ ਨੇ ਪਰਸੋਂ ਤੋਂ ਅਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ, ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭੋਗ ਪਾਏ ਗਏ ਨੇ ਤੇ ਉਪਰੰਤ ਗੁਰੂ ਦਾ ਹਰ ਜਸ ਕੀਰਤਨ ਪਰਿਵਾਰ ਵੱਲੋਂ, ਸੰਗਤ ਵੱਲੋਂ, ਸੇਵਾਦਾਰਾਂ ਵੱਲੋਂ ਕੀਤਾ ਜਾ ਰਿਹਾ ਹੈ। ਕਿਉਂਕਿ ਗੁਰਬਾਣੀ ਦਾ ਸਾਨੂੰ ਹੁਕਮ ਹੈ ਕਿ ਹਰ ਜਸ ਜਿਹੜਾ ਕੀਰਤਨ ਹੈ ਨਾ, ਹਰ ਜਸ ਕੀਰਤਨ ਨੂੰ ਸਤਿਗੁਰੂ ਪ੍ਰਧਾਨਗੀ ਦਿੰਦੇ ਨੇ। ਕਿਉਂਕਿ ਗੁਰਬਾਣੀ ਹੈ ਨਾ ਜਿਹੜੀ, ਗੁਰਬਾਣੀ ਧੁਰ ਤੋਂ ਆਈ ਹੈ, ਸਭ ਦਾ ਭਲਾ ਕਰਦੀ ਹੈ, ਪਰ ਜਿਹੜੇ ਗੁਰਬਾਣੀ ਦੇ ਅਰਥ ਨੇ ਨਾ ਪਿਆਰਿਓ, ਉਹ ਹਰ ਇੱਕ ਦੇ ਸਮਝਣ ਦੀ ਵੱਸ ਦੀ ਗੱਲ ਨਹੀਂ ਹੁੰਦੀ। ਇਸੇ ਕਰਕੇ ਕੀਰਤਨ ਨੂੰ ਪ੍ਰਧਾਨਗੀ ਦਿੰਦੇ ਨੇ। ਸਤਿਗੁਰੂ ਕਹਿੰਦੇ ਕੀਰਤਨ ਹੈ ਨਾ ਜਿਹੜਾ, ਇਹ ਹਰ ਇੱਕ ਦੇ ਸਮਝ ਵਿੱਚ ਆ ਜਾਂਦਾ ਹੈ, ਸਭ ਨੂੰ ਪਤਾ ਲੱਗ ਜਾਂਦਾ ਹੈ ਕਿ ਗੁਰਬਾਣੀ ਦਾ ਸਾਨੂੰ ਕੀ ਹੁਕਮ ਹੈ। ਮਹਾਂਪੁਰਖਾਂ ਦਾ ਬਚਨ ਹੈ, ਜਿਹੜੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਪੈ ਜਾਣ, ਸਤਿਗੁਰੂ ਕਹਿੰਦੇ ਸਤਿਗੁਰਾਂ ਦੇ ਚਰਨ ਪੈ ਜਾਣ, ਸੰਗਤਾਂ ਦੇ ਚਰਨ ਪੈ ਜਾਣ, ਉਹ ਘਰ ਨਹੀਂ ਰਹਿੰਦਾ, ਕਹਿੰਦੇ ਗੁਰੂ ਘਰ ਬਣ ਜਾਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਇਸ ਕਰਕੇ ਸੰਗਤ ਨੂੰ, ਗੁਰੂ ਦੇ ਜਸ ਨੂੰ ਬਹੁਤ ਵੱਡੀ ਮਹਾਨਤਾ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਕਹਿੰਦੇ ਜਾਗਣਾ ਜਾਗਣ ਨੀਕਾ, ਕਹਿੰਦੇ ਜਾਗਣਾ ਉਹਨਾਂ ਦਾ ਭਲਾ ਹੈ, ਹਰ ਕੀਰਤਨ ਮੈਂ ਜਾਗਣਾ। ਕਈ ਵਾਰ ਸਾਜਰੇ ਸਦੇਹਾਂ ਉੱਠ ਕੇ ਕਈ ਟੀਵੀ ਲਾ ਲੈਂਦੇ ਨੇ, ਕਈ ਮੋਬਾਈਲ ਖੋਲ ਲੈਂਦੇ ਨੇ। ਸਤਿਗੁਰੂ ਕਹਿੰਦੇ ਉਹਨਾਂ ਦਾ ਜਾਗਣਾ ਨਾ ਜਿਹੜਾ ਕਿਸੇ ਕੰਮ ਨਹੀਂ ਆਉਂਦਾ। ਆਖੋ ਸਤਿਨਾਮ। ਕਹਿੰਦੇ ਜਾਗਣਾ ਉਹਨਾਂ ਦਾ ਭਲਾ ਹੈ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਨੂੰ ਸੁਣਦੇ ਨੇ, ਕੀਰਤਨ ਸੁਣਦੇ ਨੇ, ਗੁਰੂ ਦਾ ਹਰ ਜਸ ਸੰਗਤ ਵਿੱਚ ਜਾਂਦੇ ਨੇ। ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਸਤਿਗੁਰੂ ਸਾਰੀਆਂ ਦਾਤਾਂ ਆਪਣੀ ਹਥੇਲੀ ਤੇ ਰੱਖੀ ਬੈਠੇ ਨੇ ਪਿਆਰਿਓ, ਸਾਰੀਆਂ ਦਾਤਾਂ। ਅਸੀਂ 100 ਦਰ ਦੇ ਵਿੱਚ ਹਰ ਰੋਜ਼ ਇਹ ਬਚਨ ਸੁਣਦੇ ਆਂ, ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਕਹਿੰਦੇ ਸਾਰੇ ਖਜ਼ਾਨੇ, ਸਾਰੇ ਪਦਾਰਥ, ਸਾਰੀਆਂ ਦਾਤਾਂ ਸਤਿਗੁਰੂ ਨੇ ਆਪਣੀ ਹਥੇਲੀ ਤੇ ਰੱਖੀਆਂ ਹੋਈਆਂ ਨੇ। ਪਿਆਰਿਓ ਧਿਆਨ ਦਿਓ, ਹਰ ਰੋਜ਼ ਤੁਸੀਂ ਗੁਰਬਾਣੀ ਵਿੱਚ ਸਰਵਣ ਕਰਦੇ ਹੋ, ਸਭ ਨਿਧਾਨ 10 ਅਸ਼ਟ ਸਿਧਾਨ, 10 ਤੇ 8 18।
ਕਹਿੰਦੇ 18 ਪ੍ਰਕਾਰ ਦੀਆਂ ਰਿੱਧੀਆਂ ਸਿੱਧੀਆਂ, 18 ਪ੍ਰਕਾਰ ਦੇ ਖਜ਼ਾਨੇ, ਸਾਰੀਆਂ ਦਾਤਾਂ ਸਤਿਗੁਰੂ ਆਪਣੀ ਹਥੇਲੀ ਤੇ ਰੱਖੀ ਬੈਠੇ ਨੇ। ਸੇਵਾਦਾਰਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਰੀਆਂ ਦਾਤਾਂ ਹਥੇਲੀ ਤੇ ਕਿਉਂ ਰੱਖੀਆਂ ਨੇ? ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਭਾਈ ਹਥੇਲੀ ਤੇ ਦਾਤਾਂ ਤਾਂ ਰੱਖੀਆਂ ਨੇ, ਕੋਈ ਮੰਗਣ ਵਾਲਾ ਹੋਵੇ ਸਾਨੂੰ ਦਿੰਦਿਆਂ ਨੂੰ ਟਾਈਮ ਨਾ ਲੱਗ ਜੇ। ਦੇਖੋ ਸਤਿਗੁਰੂ ਦਾਤਾਂ ਦੇਣ ਨੂੰ ਤਿਆਰ ਬੈਠੇ ਨੇ, ਪਰ ਸਾਡੇ ਦਿਮਾਗ ਦੇ ਵਿੱਚ ਐਸਾ ਪ੍ਰਭਾਵ ਪੈ ਗਿਆ, ਅੱਜ ਦੇ ਪ੍ਰਚਾਰਕਾਂ ਦਾ, ਸੋਸ਼ਲ ਮੀਡੀਆ ਦਾ, ਕੱਟੜਵਾਦੀ ਦਾ ਸਾਡੇ ਤੇ ਐਸਾ ਪ੍ਰਭਾਵ ਪੈ ਗਿਆ। ਗੁਰਬਾਣੀ ਵਿੱਚ ਇੱਕ ਵਚਨ ਆਉਂਦਾ, ਊਹਾਂ ਤਾਂ ਜਾਈਐ ਜੋ ਈਹਾਂ ਨਾ ਹੋਏ। ਗੁਰੂ ਗ੍ਰੰਥ ਸਾਹਿਬ ਦਾ ਵਚਨ ਹੈ, ਊਹਾਂ ਤਾਂ ਜਾਈਐ ਜੋ ਈਹਾਂ ਨਾ ਹੋਏ। ਕਹਿੰਦੇ ਦੂਰ ਕਿਤੇ ਤਾਂ ਭੱਜਿਆ ਫਿਰੇ, ਜੇ ਤੇਰੇ ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਜੋ ਮੰਗਣਾ ਹੈ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਖੜ ਕੇ ਮੰਗ ਲਿਆ ਕਰ। ਆਖੋ ਸਤਿਨਾਮ ਵਾਹਿਗੁਰੂ। ਊਹਾਂ ਤਾਂ ਜਾਈਐ, ਕਹਿੰਦੇ ਦੂਰ ਤਾਂ ਭੱਜਿਆ ਫਿਰੇ ਜੇ ਤੈਨੂੰ ਇੱਥੇ ਨਾ ਕੁਝ ਮਿਲੇ। ਜੋ ਵੀ ਮੰਗਣਾ ਹੈ, ਜੋ ਵੀ ਦੱਸਣਾ ਹੈ, ਆਪਣਾ ਦੁੱਖ ਹੈ ਭਾਵੇਂ ਸੁੱਖ ਹੈ, ਉਹ ਗੁਰੂ ਗ੍ਰੰਥ ਸਾਹਿਬ ਨੂੰ ਦੱਸ ਦਿਆ ਕਰ, ਤੇਰੇ ਬੇੜੇ ਪਾਰ ਹੋ ਜਾਣਗੇ। ਆਖੋ ਸਤਿਨਾਮ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜੇ ਤੂੰ ਬੰਦਗੀ ਕਰਨੀ ਹੈ, ਸੇਵਾ ਕਰਨੀ ਹੈ, ਨਾਮ ਜਪਣਾ ਹੈ, ਕਹਿੰਦੇ ਗੁਰਬਾਣੀ ਵਿੱਚ ਛੋਟੇ ਛੋਟੇ 2 ਬੱਚਿਆਂ ਦਾ ਨਾਮ ਆਇਆ ਹੈ। ਛੋਟੇ ਛੋਟੇ 2 ਬੱਚੇ ਕੌਣ? ਪ੍ਰਹਿਲਾਦ ਤੇ ਧਰੂ। ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਕਹਿੰਦੇ ਐਦਾਂ ਨਾਮ ਜਪੋ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਹਿੰਦੇ ਐਦਾਂ ਨਾਮ ਜਪ ਜਿਵੇਂ ਧਰੂ ਤੇ ਪ੍ਰਹਿਲਾਦ ਨੇ ਜਪਿਆ। ਦੀਨ ਦਿਆਲ ਭਰੋਸੇ ਤੇਰੇ, ਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੇ ਭਰੋਸਾ ਰੱਖ ਕੇ ਧਰੂ ਤੇ ਪ੍ਰਹਿਲਾਦ ਵਾਂਗੂ ਨਾਮ ਜਪ। ਜੇ ਕਹਿੰਦੇ ਤੈਨੂੰ ਆਪ ਤੋਂ ਨਹੀਂ ਔੜਦੀ, ਛੋਟੇ ਛੋਟੇ ਬੱਚਿਆਂ ਤੋਂ ਪੁੱਛ ਲੈ, ਛੋਟੇ ਛੋਟੇ ਬੱਚਿਆਂ ਤੋਂ ਉਦਾਹਰਨ ਲੈ ਲੈ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਵੇੜੇ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਵੇੜੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਗੁਰਬਾਣੀ ਵਿੱਚ ਸਮਝਾਉਣਾ ਕਰ ਰਹੇ ਨੇ। ਕਹਿੰਦੇ ਭਾਈ ਨਾਮ ਜਪ ਲੈ, ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਐਸੇ
जैसे त्रु प्रहलाद जप्यो हर जैसे। जी ऐसे ऐसे त्रु प्रहलाद जप्यो हर जैसे। त्रु प्रहलाद जप्यो हर जैसे, त्रु प्रहलाद जप्यो हर जैसे। त्रु प्रहलाद जप्यो हर जैसे, त्रु प्रहलाद जप्यो हर जैसे। जप्यो हर जैसे, त्रु प्रहलाद जप्यो हर जैसे। लाद जप्यो हर जैसे, त्रु प्रहलाद जप्यो हर जैसे। प्रहलाद जप्यो हर जैसे, त्रु प्रहलाद जप्यो हर जैसे। जप्यो हर जैसे, त्रु प्रहलाद जप्यो हर जैसे। प्रहलाद जप्यो हर जैसे, त्रु प्रहलाद जप्यो हर जैसे। हर जैसे, त्रु प्रहलाद जप्यो हर जैसे। जप्यो हर जैसे, त्रु प्रहलाद जप्यो हर जैसे। नाम जपो जी ऐसे ऐसे, नाम जपो जी ऐसे ऐसे। नाम जपो जी ऐसे ऐसे, नाम जपो जी ऐसे ऐसे। नाम जपो जी ऐसे ऐसे, नाम जपो जी ऐसे ऐसे। सतगुरु कहंदे जे तू नाम जपना ना बंदगी करनी है, ध्रुव प्रहलाद इन्हां बच्चों तो शिक्षा ले लै, उपदेश ले लै, इन्हां कनी वेख लै किदां बंदगी कीती है। सतगुरु कहंदे जे बंदा ज्ञान लैण वाला होवे ना, हर एक गल चों हर एक थां तो ज्ञान मिल जाता बंदे नूं। जे किसी ने ज्ञान लेना है, पर अज साडा सुभाव बन गया असी ज्ञान लैण वाले पासे जांदे ही नहीं। कलयुग दा प्रभाव है, जिथे किसी दी निंदिया चुगली असी उधर नूं कन्न खड़े कर लैंदे आ, सुनदे आ ध्यान ला के। एक गल याद रखियो गुरबाणी दी, सतगुरु कहंदे निंदिया करन वाले नालों सुनन वाला बड़ा दोषी है। आखो सतनाम। करन ना सुनै काहू की निंदा, गुरु ग्रंथ साहिब दे वचन ने। सब ते जानै आपस को मंदा, कहंदे सारियां तो अपने आप नूं नीवां समझ, सारियां तो अपने आप नूं माड़ा समझ कि मैतों सारे चंगे ने। ये एडे वड्डे दाते ने, जल ते थल कर थल ते कूआ। जे कहंदे दुनिया तरस जावे ना पानी नूं, बारिश नूं, कहंदे जल तो थल कर दिंदा है। इन्ना कहंदे इक्को लगत जल ते थल कर दिंदा है। हर एक दे मन विच भय आउंदा है कि इन्ना पानी किते खतरा ना बन जावे। जल ते थल कर थल ते कूआ, कहंदे जल थल तो बाद विच कहंदे कई बार हल जोड़न भी ला दिंदा है, हल्टियां चला दिंदा खूहां ते, पानी दी इन्नी छौट पा दिंदा है, हल्टियां गेड़न वास्ते भी ला दिंदा है। आखो सतनाम। वाहिगुरु। ये ओ दात है प्यारिओ जेड़ा उपर वालियां नूं थल्ले बिठा दिंदा है, थल्ले वालियां नूं उपर बिठा दिंदा है। कई बार
ਬੱਚੇ ਇੱਕ ਮਾਤਾ ਦੇ ਪੇਟ ਵਿੱਚੋਂ ਜਨਮ ਲੈਂਦੇ ਨੇ। ਮਾਂ ਇੱਕ ਹੁੰਦੀ ਆ, ਪਿਓ ਇੱਕ ਹੁੰਦਾ ਹੈ, ਪਰ ਕਰਮ ਵੱਖਰੇ ਵੱਖਰੇ ਹੁੰਦੇ ਨੇ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਇੱਕੋ ਹੀ ਪਰਿਵਾਰ ਹੁੰਦਾ ਹੈ, ਇੱਕ ਮਾਤਾ ਦੇ ਪੁੱਤ ਹੁੰਦੇ ਨੇ। ਇੱਕ ਸਾਰੀ ਜ਼ਿੰਦਗੀ ਕੰਮ ਕਰਦਾ, ਇੱਕ ਸਾਰੀ ਜ਼ਿੰਦਗੀ ਆਨੰਦ ਲੈਂਦਾ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਭਗਵਾਨ ਕ੍ਰਿਸ਼ਨ ਤੇ ਸੁਦਾਮਾ ਆਪਸ ਵਿੱਚ ਬੜਾ ਪਿਆਰ ਕਰਦੇ ਨੇ, ਬਚਪਨ ਦੇ ਦੋਸਤ ਨੇ। ਕਿਉਂਕਿ ਜਿਹੜੀ ਦੋਸਤੀ ਹੈ ਨਾ, ਇਤਿਹਾਸ ਵਿੱਚ ਲਿਖਿਆ, ਕਹਿੰਦੇ ਜਾਂ ਤਾਂ ਇਹ ਸਕੂਲ ਵਿੱਚ ਪੱਕੀ ਹੁੰਦੀ ਹੈ। ਇਤਿਹਾਸਕਾਰਾਂ ਨੇ ਤਾਂ ਇਹ ਵੀ ਲਿਖਿਆ ਹੈ, ਜਾਂ ਫਿਰ ਕਹਿੰਦੇ ਦੋਸਤੀ ਹੈ ਜਿਹੜੀ ਕਹਿੰਦੇ ਜੇਲ੍ਹ ਵਿੱਚ ਪੱਕੀ ਹੁੰਦੀ ਹੈ ਜਾਂ ਸਕੂਲ ਵਿੱਚ। ਭਗਵਾਨ ਕ੍ਰਿਸ਼ਨ ਤੇ ਸੁਦਾਮਾ ਬਚਪਨ ਵਿੱਚ ਇਕੱਠੇ ਹੀ ਪੜ੍ਹਦੇ ਨੇ। ਜਦੋਂ ਸਕੂਲ ਜਾਂਦੇ ਨੇ ਨਾ, ਸੰਦੀਪਨ ਗੁਰੂ ਕਿਤੇ ਕੰਮ ਭੇਜਦਾ, ਉਹ ਵੀ ਇਕੱਠਿਆਂ ਨੂੰ ਭੇਜਦਾ ਹੈ। ਸਾਰੇ ਸਕੂਲ ਦੇ ਵਿੱਚ ਚਰਚਾ ਹੋ ਰਹੀ ਹੈ। ਕੀ ਚਰਚਾ ਹੋ ਰਹੀ ਹੈ? ਕਹਿੰਦੇ ਕ੍ਰਿਸ਼ਨ ਤੇ ਸੁਦਾਮੇ ਦੀ ਦੋਸਤੀ ਬੜੀ ਪੱਕੀ ਹੈ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਭਗਵਾਨ ਕ੍ਰਿਸ਼ਨ ਤੇ ਸੁਦਾਮਾ ਜਦੋਂ ਸਕੂਲ ਜਾਂਦੇ ਨੇ ਪੜ੍ਹਨ ਵਾਸਤੇ, ਸੁਦਾਮੇ ਦੀ ਜਿਹੜੀ ਮਾਤਾ ਸੀ ਨਾ, ਉਹ ਹਰ ਰੋਜ਼ ਸੁਦਾਮੇ ਦੇ ਲੜ ਚੌਲਾਂ ਦੀ ਮੁੱਠੀ ਬੰਨ੍ਹ ਦਿਆ ਕਰਦੀ ਸੀ, ਦਾਣੇ ਬੰਨ੍ਹ ਦਿੰਦੀ ਸੀ ਕਿ ਪੁੱਤਰ, ਜਦੋਂ ਤੈਨੂੰ ਭੁੱਖ ਲੱਗੇਗੀ ਇਹ ਦਾਣੇ ਖਾ ਲਿਆ ਕਰ, ਜਦੋਂ ਤੈਨੂੰ ਕਿਤੇ ਭੁੱਖ ਲੱਗੇ। ਇੱਕ ਦਿਨ ਐਸਾ ਸਬੱਬ ਬਣਿਆ, ਸੰਦੀਪਨ ਗੁਰੂ ਨੇ ਸੁਦਾਮੇ ਨੂੰ ਤੇ ਕ੍ਰਿਸ਼ਨ ਨੂੰ ਬਾਹਰ ਭੇਜ ਦਿੱਤਾ ਲੱਕੜਾਂ ਲੈਣ ਵਾਸਤੇ। ਜਦੋਂ ਕ੍ਰਿਸ਼ਨ ਤੇ ਸੁਦਾਮਾ ਪਿਆਰਿਓ ਬਾਹਰ ਗਏ, ਐਸਾ ਸਬੱਬ ਬਣਿਆ ਕੁਦਰਤ ਦਾ, ਹਨੇਰੀ ਚੱਲ ਪਈ, ਬਾਰਿਸ਼ ਸ਼ੁਰੂ ਹੋ ਗਈ ਤੇ ਠੰਡ ਬੜੀ ਲੱਗਦੀ ਹੈ। ਠੰਡ ਦੇ ਵਿੱਚ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਭੁੱਖ ਵੀ ਬਹੁਤ ਲੱਗਦੀ ਹੈ। ਸੁਦਾਮੇ ਦੇ ਮਨ ਵਿੱਚ ਆਇਆ, ਜਦੋਂ ਭੁੱਖ ਲੱਗੀ ਕਿ ਮੇਰੀ ਮਾਤਾ ਨੇ ਜਿਹੜੇ ਦਾਣੇ ਮੇਰੇ ਲੜ ਬੰਨੇ ਹੋਏ ਨੇ, ਆਪਣੇ ਮਨ ਵਿੱਚ ਵਿਚਾਰਾਂ ਕਰਦਾ ਹੈ ਕਿ ਉਹ ਮੈਂ ਹੁਣ ਛਕ ਲਵਾਂ। ਠੰਡ ਬੜੀ ਹੋ ਰਹੀ ਹੈ, ਹਵਾ ਚੱਲ ਰਹੀ ਹੈ। ਭਗਵਾਨ ਕ੍ਰਿਸ਼ਨ ਤੇ ਸੁਦਾਮਾ ਇੱਕ ਬਿਰਸ ਦੇ ਥੱਲੇ ਬੈਠੇ ਨੇ। ਸੁਦਾਮੇ ਨੇ ਪਰਦੇ ਦੇ ਨਾਲ ਆਪਣੇ ਲੜ ਵਿੱਚੋਂ ਉਹ ਦਾਣੇ ਖੋਲੇ ਤੇ ਸਕਣ ਲੱਗ ਗਿਆ।
ਜਦੋਂ ਸਦਾਮੇ ਦੇ ਮੁਖ ਦੇ ਵਿੱਚੋਂ ਆਵਾਜ਼ ਆਈ ਨਾ ਕੜਕੜਾ ਦੀ, ਦਾਣੇ ਚੱਬ ਰਿਹਾ ਹੈ, ਜਦੋਂ ਕੜਕੜਾ ਦੀ ਆਵਾਜ਼ ਆਈ, ਕ੍ਰਿਸ਼ਨ ਭਗਵਾਨ ਜੀ ਪੁੱਛਦੇ ਨੇ, ਕਹਿੰਦੇ ਕੀ ਸਕਦਾ ਹੈ? ਉਸ ਸਮੇਂ ਪਿਆਰਿਓ ਇਤਿਹਾਸ ਦੱਸਦਾ, ਕਹਿੰਦੇ ਸਦਾਮੇ ਨੇ ਝੂਠ ਬੋਲੇ, ਆਖੋ ਸਤਨਾਮ। ਹਰੀ ਵਾਹਿਗੁਰੂ। ਉਹ ਝੂਠ ਬੋਲਣ ਦੀ ਸਜ਼ਾ ਤੁਸੀਂ ਸਾਰੇ ਹੁਣ ਸਰਵਣ ਕਰੋਗੇ ਕਿੰਨੀ ਮਿਲੀ। ਫਿਰ ਅੱਜ ਸਾਡਾ ਵੀ ਸੁਭਾਅ ਬਣ ਗਿਆ, ਕੋਈ ਫੋਨ ਆਉਂਦਾ ਨਾ, ਭਾਵੇਂ ਘਰ ਵਿੱਚ ਹੀ ਬੈਠਾ ਹੋਵੇ, ਕੋਈ ਕਹਿੰਦਾ ਮੈਂ ਪਟਿਆਲੇ ਆ, ਕੋਈ ਕਹਿੰਦਾ ਮੈਂ ਭਵਾਨੀਗੜ੍ਹ ਆ। ਅੱਜ ਸਾਡਾ ਵੀ ਸੁਭਾਅ ਬਣ ਗਿਆ। ਰਸਤਾ ਘੰਟੇ 2 ਘੰਟਿਆਂ ਦਾ ਹੁੰਦਾ, ਕਹਿੰਦਾ 5 ਮਿੰਟਾਂ 'ਚ ਹੀ ਆ ਜਾਣਾ ਤੇਰੇ ਕੋਲ। ਅੱਜ ਫੋਨ ਤੇ ਸਾਡਾ ਜਿਹੜਾ ਝੂਠ ਹੈ ਨਾ, ਬਹੁਤ ਜ਼ਿਆਦਾ ਵੱਧ ਰਿਹਾ ਪਿਆਰਿਓ। ਅਸੀਂ ਬਿਨਾਂ ਮਤਲਬ ਤੋਂ ਸਜ਼ਾ ਦੇ ਭਾਗੀ ਬਣੀ ਜਾਂਦੇ ਆ, ਬਿਨਾਂ ਮਤਲਬ ਤੋਂ। ਸਤਿਗੁਰੂ ਕਹਿੰਦੇ ਸਦਾਮੇ ਨੂੰ ਭਗਵਾਨ ਕ੍ਰਿਸ਼ਨ ਜੀ ਪੁੱਛਦੇ ਨੇ, ਕਹਿੰਦੇ ਕੀ ਸਕਦਾ ਹੈ? ਸਕ ਰਿਹਾ ਸੀ ਦਾਣੇ, ਕਹਿੰਦਾ ਠੰਡ ਦੇ ਵਿੱਚ, ਕਹਿੰਦਾ ਦੰਦ ਕੜਕ ਰਹੇ ਨੇ, ਆਖੋ ਸਤਨਾਮ। ਹਰੀ ਵਾਹਿਗੁਰੂ। ਠੰਡ ਦੇ ਵਿੱਚ ਕਹਿੰਦਾ ਦੰਦ ਵੱਜਦੇ ਨੇ, ਸਕਦਾ ਕੁਛ ਨਹੀਂ। ਭਗਵਾਨ ਕ੍ਰਿਸ਼ਨ ਜੀ ਜਾਣੀ ਜਾਣ ਨੇ ਪਿਆਰਿਓ। ਸਾਰਾ ਇਤਿਹਾਸ, ਸਾਰੀ ਗੁਰਬਾਣੀ ਸਾਨੂੰ ਸਮਝਾ ਰਹੀ ਹੈ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਚੰਦਰਮਾ ਨਾਸ ਹੋ ਜਾਵੇ, ਨਾ ਕਰੇ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਤਿਗੁਰੂ ਬਚਨ ਕਰਦੇ ਨੇ, ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ, ਜੋ ਮਰਜ਼ੀ ਹੋ ਜੇ, ਕਹਿੰਦੇ ਉਹਨਾਂ ਦਾ ਬੋਲ ਹੈ ਨਾ, ਜਿਹੜਾ ਬਚਨ ਹੈ ਉਹ ਆਲਾ ਨਹੀਂ ਜਾਂਦਾ, ਆਖੋ ਸਤਨਾਮ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਜਾ ਓਏ ਕੰਗਾਲਾ, ਇੱਕ ਦਾਣਿਆਂ ਦੀ ਮੁੱਠੀ ਪਿੱਛੇ ਕਹਿੰਦੇ ਝੂਠ ਬੋਲਦਾ ਹੈ। ਤਰਲੋਕੀ ਦੇ ਮਾਲਕ ਲਿਖਿਆ ਗੁਰਬਾਣੀ ਇਤਿਹਾਸ ਵਿੱਚ, ਭਗਤ ਮਾਲਾ ਦੇ ਵਿੱਚ। ਬਸ ਬਚਨ ਹੋਣ ਦੀ ਦੇਰ ਸੀ, ਜਦੋਂ ਭਗਵਾਨ ਕ੍ਰਿਸ਼ਨ ਜੀਆਂ ਨੇ ਬਚਨ ਕਰ ਦਿੱਤਾ, ਸਦਾਮਿਆ ਇੱਕ ਚੌਲਾਂ ਦੀ ਮੁੱਠੀ ਪਿੱਛੇ ਆਪਣੇ ਮਿੱਤਰ ਨੂੰ ਝੂਠ ਬੋਲਦਾ ਹੈ। ਉਸੇ ਦਿਨ ਤੋਂ ਪਿਆਰਿਓ
ਸਦਾਮਾ ਜੀ ਵੱਡੇ ਹੋਏ, ਭਗਵਾਨ ਕ੍ਰਿਸ਼ਨ ਜੀ ਉਮਰ ਵਿੱਚ ਵੱਡੇ ਹੋਏ। ਭਗਵਾਨ ਕ੍ਰਿਸ਼ਨ ਦਵਾਰਕਾ ਦੇ ਵਿੱਚ ਰਾਜੇ ਬਣ ਗਏ ਤੇ ਗੋਕਲ ਦੇ ਵਿੱਚ ਸਦਾਮਾ ਜੀ ਇਹਨਾਂ ਦੀ ਸ਼ਾਦੀ ਹੋ ਗਈ, ਬੱਚੇ ਹੋ ਗਏ। ਘਰ ਦੇ ਵਿੱਚ ਗਰੀਬੀ ਬੜੀ ਹੈ, ਦਲਿੱਦਰ ਪੈ ਗਿਆ। ਸਵੇਰੇ ਪ੍ਰਸਾਦਾ ਛਕ ਲੈਂਦੇ ਨੇ, ਸ਼ਾਮ ਦਾ ਫਿਕਰ ਪੈ ਜਾਂਦਾ ਹੈ। ਜੇ ਸ਼ਾਮ ਨੂੰ ਛਕ ਲੈਂਦੇ ਨੇ, ਸਵੇਰ ਦਾ ਫਿਕਰ ਪੈ ਜਾਂਦਾ ਹੈ। ਅੰਤਾਂ ਦੀ ਗਰੀਬੀ ਆ ਗਈ, ਦਲਿੱਦਰ ਪੈ ਗਿਆ ਸਦਾਮੇ ਦੇ ਘਰ। ਇੱਕ ਦਿਨ ਸਦਾਮਾ ਆਪਣੇ ਘਰ ਵਾਲੀ ਬੀਬੀ ਨੂੰ ਕਹਿਣ ਲੱਗਿਆ, ਜਿਹੜੇ ਦਵਾਰਕਾ ਦੇ ਵਿੱਚ ਕਹਿੰਦਾ ਰਾਜੇ ਨੇ ਨਾ ਕ੍ਰਿਸ਼ਨ ਭਗਵਾਨ, ਕਹਿੰਦਾ ਕਿਸੇ ਟਾਈਮ ਉਹ ਮੇਰੇ ਮਿੱਤਰ ਹੁੰਦੇ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਆਪਣੇ ਪਰਿਵਾਰ ਵਿੱਚ ਗੱਲਾਂ ਕਰਦਾ ਹੈ ਸਦਾਮਾ। ਦਵਾਰਕਾ ਦੇ ਵਿੱਚ ਕਹਿੰਦਾ ਰਾਜੇ ਨੇ, ਅੱਜ ਸਾਰੀ ਦੁਨੀਆ ਉਹਨਾਂ ਦੇ ਦਰਬਾਰ ਵਿੱਚ ਜਾ ਕੇ ਝੁਕਦੀ ਹੈ। ਉਹ ਸੱਚਾ ਨਿਆਂ ਕਰਦੇ ਨੇ। ਕਿਸੇ ਦਿਨ ਕਹਿੰਦਾ ਸੀ ਇਕੱਠੇ ਪੜ੍ਹਦੇ ਹੁੰਦੇ ਸੀ, ਮੇਰੇ ਮਿੱਤਰ ਸੀ ਭਗਵਾਨ ਕ੍ਰਿਸ਼ਨ। ਸਦਾਮੇ ਦੇ ਘਰ ਵਾਲੀ ਕਹਿੰਦੀ, ਭਾਈ ਗੁਰਦਾਸ ਜੀਆਂ ਨੇ ਬਚਨ ਕੀਤਾ, ਲਾਗੂ ਹੋਈ ਬਾਹਮਣੀ, ਕਿਉਂਕਿ ਪੰਡਤਾਂ ਦੇ ਘਰ ਦਾ ਜਨਮ ਸੀਗਾ ਸਦਾਮੇ ਦਾ। ਸਦਾਮੇ ਦੇ ਘਰ ਵਾਲੀ ਬੀਬੀ ਕਹਿੰਦੀ, ਜੇ ਤੇਰੇ ਮਿੱਤਰ ਸੀ, ਆਪਾਂ ਤਾਂ ਭੁੱਖੇ ਮਰ ਰਹੇ ਆ। ਕਹਿੰਦੀ ਫਿਰ ਉਹਨਾਂ ਦੇ ਚਰਨਾਂ ਵਿੱਚ ਜਾ। ਸਦਾਮਾ ਕਹਿੰਦਾ ਫਿਰ ਜਾਵਾਂ ਕਿਵੇਂ, ਖਾਲੀ ਹੱਥ ਤਾਂ ਜਾਇਆ ਨਹੀਂ ਜਾਂਦਾ। ਇਤਿਹਾਸ ਦੱਸਦਾ, ਸਿਆਣੇ ਦੱਸਦੇ ਨੇ, ਕਿਸੇ ਵੈਦ ਕੋਲ ਜਾਈਏ, ਕਿਸੇ ਸਾਧੂ ਕੋਲ ਜਾਈਏ, ਗੁਰੂ ਕੋਲ ਜਾਈਏ, ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਮਹਾਪੁਰਖਾਂ ਕੋਲ ਜਾਈਏ, ਗੁਰੂ ਕੋਲ ਜਾਈਏ, ਵੈਦ ਕੋਲ ਜਾਈਏ, ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਕਿਉਂਕਿ ਸਦਾਮਾ ਜੀ ਪੰਡਤ ਸੀ। ਗੁਰਬਾਣੀ ਵਿੱਚ ਲਿਖਿਆ, ਸੋ ਪੰਡਤ ਜੋ ਮਨ ਪ੍ਰਬੁੱਧ ਹੈ। ਕਹਿੰਦੇ ਅਸਲ ਵਿੱਚ ਪੰਡਤ ਉਹੀ ਹੁੰਦਾ ਹੈ ਜਿਹਨੂੰ ਗਿਆਨ ਹੋਵੇ, ਜਿਹਦੀਆਂ ਵਿਚਾਰਾਂ ਚੰਗੀਆਂ ਹੋਣ, ਜਿਹੜਾ ਲੋਕਾਂ ਨੂੰ ਚੰਗੇ ਰਸਤੇ ਪਾਵੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਉਹ ਪੰਡਤ ਹੈ। ਸੋ ਪੰਡਤ ਜੋ ਮਨ ਪ੍ਰਬੁੱਧ ਹੈ, RAM ਨਾਮ ਆਤਮ ਮੈਂ ਸੁਧ ਹੈ। ਆਪਣੇ ਹਿਰਦੇ ਦੇ ਵਿੱਚ ਕਹਿੰਦੇ ਸਿਮਰਨ ਕਰੇ, ਆਪ ਵੀ ਜਪੇ, ਹੋਰਾਂ ਨੂੰ ਵੀ ਨਾਮ ਜਪਾਵੇ। ਸਦਾਮਾ ਜੀ ਕਹਿੰਦੇ ਵੀ ਖਾਲੀ ਹੱਥ ਜਾਣਾ ਤਾਂ ਬੜਾ ਮੁਸ਼ਕਲ ਹੈ। ਐਡੇ ਵੱਡੇ ਕਹਿੰਦੇ ਦੁਨੀਆ ਦੇ ਰਾਜੇ ਨੇ, ਐਨੇ ਅਮੀਰ ਨੇ, ਐਡੇ ਵੱਡੇ ਤਖਤ ਤੇ ਬੈਠੇ ਨੇ। ਆਪਣੇ ਘਰ ਵਾਲੀ ਬੀਬੀ ਨੂੰ ਕਹਿੰਦੇ ਵੀ ਖਾਲੀ ਹੱਥ ਮੈਂ ਕਿਵੇਂ ਜਾਵਾਂ। ਉਹਦੇ ਘਰ ਵਾਲੀ ਬੀਬੀ ਨੇ ਮਿਹਨਤ ਮਜ਼ਦੂਰੀ ਕੀਤੀ। ਮਿਹਨਤ ਮਜ਼ਦੂਰੀ ਕਰਨ ਤੋਂ ਬਾਅਦ ਪਿਆਰਿਓ, ਇੱਕ ਚੌਲਾਂ ਦਾ ਇੱਕ ਮੁੱਠੀ ਪ੍ਰਾਪਤ ਹੋਈ। ਸਦਾਮੇ ਨੂੰ ਉਹਦੇ ਘਰ ਵਾਲੀ ਬੀਬੀ ਕਹਿੰਦੀ ਵੀ ਆਹ ਚੌਲ ਨੇ ਨਾ ਜਿਹੜੇ, ਕ੍ਰਿਸ਼ਨ ਭਗਵਾਨ ਦੇ ਕੋਲ ਖਾਲੀ ਹੱਥ ਜਾਣ ਨਾਲੋਂ ਇਹੀ ਲੈ ਜਾ।
ਆਪਸ ਵਿੱਚ ਵਿਚਾਰ ਕੀਤੀ ਤੇ ਚਾਲੇ ਪਾ ਦਿੱਤੇ ਸੁਦਾਮੇ ਨੇ। ਭਾਈ ਗੁਰਦਾਸ ਜੀ ਕਹਿੰਦੇ ਚੱਲਾ ਗਿਣਦਾ ਗਿੱਟੀਆਂ। ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਆਇਆ ਗਿੱਟੀਆਂ ਦਾ ਭਾਵ ਵਿਚਾਰਾਂ ਕਰਦਾ ਜਾਂਦਾ ਹੈ, ਆਪਣੇ ਮਨ ਵਿੱਚ ਸਲਾਹ ਕਰਦਾ ਜਾਂਦਾ ਹੈ। ਚੱਲਾ ਗਿਣਦਾ ਗਿੱਟੀਆਂ, ਆਪਣੇ ਮਨ ਵਿੱਚ ਵਿਚਾਰ ਕਰਦਾ ਹੈ, ਸਲਾਹ ਕਰਦਾ ਹੈ ਕਿ ਪਾਟੇ ਮੇਰੇ ਕੱਪੜੇ ਨੇ, ਪੱਲੇ ਮੇਰੇ ਕੁਝ ਨਹੀਂ, ਪਹਿਰੇਦਾਰਾਂ ਨੂੰ ਕੀ ਦੱਸਾਂਗਾ। ਜਦੋਂ ਭਗਵਾਨ ਕ੍ਰਿਸ਼ਨ ਜੀ ਮੈਨੂੰ ਮਿਲਣਗੇ, ਮੇਰੇ ਪਾਟੇ ਹੋਏ ਕੱਪੜੇ ਨੇ, ਗਰੀਬੀ ਬਹੁਤ ਹੈ, ਕਿੱਦਾਂ ਮਿਲਣਗੇ? ਹੋ ਸਕਦਾ ਨਾ ਮਿਲਣ। ਚੱਲਾ ਗਿਣਦਾ ਗਿੱਟੀਆਂ, ਕਹਿੰਦੇ ਮਨ ਵਿੱਚ ਵਿਚਾਰਾਂ ਕਰਦਾ ਹੈ, ਜਿਹੜੇ ਗੇਟ ਤੇ ਪਹਿਰੇਦਾਰ ਖਲੋਤੇ ਹੋਣਗੇ ਉਹਨਾਂ ਨੂੰ ਕੀ ਦੱਸੂਗਾ। ਭਾਈ ਗੁਰਦਾਸ ਜੀ ਵਾਰਾਂ ਦੇ ਵਿੱਚ ਐਸਾ ਨਕਸ਼ਾ ਖਿੱਚਦੇ ਨੇ, ਮਨ ਵਿੱਚ ਜੀ ਜਾਵੇ ਗਿੱਟੀਆਂ, ਮਨ ਵਿੱਚ ਗਿਣਦਾ 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 ਜੀ ਜਾਵੇ ਗਿੱਟੀਆਂ। ਕਿਉਂ ਕਰ ਜਾਈਏ ਕਵਣ ਮਲਾਵੇ, ਕਿਉਂ ਕਰ ਜਾਈਏ ਕਵਣ ਮਲਾਵੇ, ਜਾਈਏ ਨਾ ਕਬ ਲਾਵੇ ਸੋ ਦਰ ਜਾਈਏ ਸੋ ਦਰ ਜਾਈਏ ਨਾ ਕਬ ਲਾਵੇ, ਕਿਉਂ ਕਰ ਜਾਈਏ ਕਵਣ ਮਲਾਵੇ, ਕਿਉਂ ਕਰ ਜਾਈਏ ਕਵਣ ਮਲਾਵੇ, ਜਾਈਏ ਕਬ ਲਾਵੇ ਸੋ ਦਰ ਜਾਈਏ ਕਬ ਲਾਵੇ, ਸੋ ਦਰ ਜਾਈਏ ਕਬ ਲਾਵੇ। ਮਨ ਵਿੱਚ ਜੀ ਗਿਣਦਾ ਜਾਵੇ ਗਿੱਟੀਆਂ, 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 ਮਨ ਵਿੱਚ ਜੀ ਗਿਣਦਾ ਜਾਵੇ ਗਿੱਟੀਆਂ। ਆਪਣੇ ਮਨ ਵਿੱਚ ਵਿਚਾਰ ਕਰਦਾ ਜਾਂਦਾ ਸੁਦਾਮਾ, ਐਡੇ ਵੱਡੇ ਰਾਜੇ ਨੇ, ਮੈਂ ਗਰੀਬ ਆ, ਮੇਰੇ ਕੱਪੜੇ ਪਾਟੇ ਨੇ, ਸਾਹਮਣੇ ਕਿੱਦਾਂ ਹੋਏਗਾ। ਮੈਂ ਭਗਵਾਨ ਕ੍ਰਿਸ਼ਨ ਦੇ ਸਾਹਮਣੇ ਕਿਵੇਂ ਹੋਵਾਂਗਾ। ਹੋ ਸਕਦਾ ਮੈਨੂੰ ਪਹਿਰੇਦਾਰ ਨੇ ਜਿਹੜੇ ਨਾ ਮਿਲਣ ਦੇਣ, ਪਹਿਰੇਦਾਰਾਂ ਨੂੰ ਕੀ ਦੱਸਾਂਗਾ। ਮਨ ਵਿੱਚ ਵਿਚਾਰਾਂ ਕਰਦਾ ਜਾਂਦਾ ਹੈ ਪਿਆਰਿਓ, ਕਿਉਂਕਿ ਸਤਿਗੁਰੂ ਦਾ ਬਚਨ ਹੈ। ਭਾਈ ਗੁਰਦਾਸ ਜੀ ਕਹਿੰਦੇ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ। ਜਿਹੜਾ ਆਪਣੇ ਮੁਰਸ਼ਦ ਦੇ ਕੋਲ ਚੱਲ ਕੇ ਜਾਂਦਾ ਭਾਵਨਾ ਦੇ ਨਾਲ, ਸਰਧਾ ਦੇ ਨਾਲ, ਫਿਰ ਸਤਿਗੁਰੂ ਆਪਣੇ ਪਿਆਰੇ ਨੂੰ ਲੈਣ ਵਾਸਤੇ ਆਉਂਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਣੇ ਸੇਵਕ ਦੀ ਲਾਜ ਰੱਖਦੇ ਨੇ, ਮਨ ਵਿੱਚ ਵਿਚਾਰਾਂ ਕਰਦਾ ਜਾਂਦਾ, ਤੁਰਿਆ ਜਾਂਦਾ ਹੈ। ਥੋੜੇ ਸਮੇਂ ਬਾਅਦ ਕਹਿੰਦੇ ਆਪਣੀ ਮੰਜ਼ਿਲ ਤੇ ਪਹੁੰਚਿਆ। ਦਵਾਰਕਾ ਦੇ ਵਿੱਚ ਭਗਵਾਨ ਕ੍ਰਿਸ਼ਨ ਦੇ ਦਰਬਾਰ ਦੇ ਵਿੱਚ ਪਹੁੰਚਿਆ ਨਾ ਜਦੋਂ, ਭਗਤ ਮਾਲਾ ਦਾ ਲੇਖ ਦੱਸਦਾ ਹੈ
ਕਹਿੰਦੇ ਗੇਟ ਦੇ ਅੱਗੇ ਗੇੜੇ ਦੇ ਰਿਹਾ ਹੈ, ਕਦੇ ਇੱਧਰ ਲੰਘ ਜਾਂਦਾ ਹੈ, ਕਦੇ ਇੱਧਰ ਲੰਘ ਜਾਂਦਾ ਹੈ। ਜਿਹੜੇ ਉਸ ਸਮੇਂ ਪਹਿਰੇਦਾਰ ਸਿਪਾਹੀ ਗੇਟ ਤੇ ਖੜੇ ਸੀ ਨਾ ਪਿਆਰਿਓ, ਸਦਾਮੇ ਨੂੰ ਕਹਿਣ ਲੱਗੇ, ਮਨ ਵਿੱਚ ਸੋਚਦੇ ਨੇ ਕੋਈ ਕੰਗਾਲ ਹੈ, ਭਿਖਾਰੀ ਹੈ, ਕੋਈ ਗਰੀਬੜ ਹੈ। ਸਦਾਮਾ ਹੱਥ ਜੋੜ ਕੇ ਬੇਨਤੀ ਕਰਨ ਲੱਗਿਆ ਪਹਿਰੇਦਾਰਾਂ ਨੂੰ, ਕਹਿੰਦਾ ਮੇਰੀ ਇੱਕ ਬੇਨਤੀ ਹੈ। ਬੇਨਤੀ ਕਰਨ ਤੋਂ ਪਹਿਲਾਂ ਹੀ ਪਹਿਰੇਦਾਰ ਕਹਿੰਦੇ ਨੇ, ਕਹਿੰਦੇ ਤੇਰੇ ਵਰਗੇ ਬੜੇ ਭਿਖਾਰੀ ਆਉਂਦੇ ਨੇ, ਕੋਈ ਇੱਥੋਂ ਖਾਲੀ ਨਹੀਂ ਮੁੜਿਆ, ਤੈਨੂੰ ਕੁਝ ਨਾ ਕੁਝ ਦੇ ਕੇ ਤੋਰਾਂਗੇ, ਕਾਲੀ ਨਾ ਕਰ। ਸਦਾਮਾ ਹੱਥ ਜੋੜ ਕੇ ਬੇਨਤੀ ਕਰਦਾ ਹੈ, ਕਹਿੰਦਾ ਵੀ ਮੇਰਾ ਇੱਕ ਸੁਨੇਹਾ ਦੁਨੀਆ ਦੇ ਰਾਜੇ ਭਗਵਾਨ ਕ੍ਰਿਸ਼ਨ ਨੂੰ ਇੱਕ ਮੇਰਾ ਸੁਨੇਹਾ ਲਾ ਦਿਓ। ਮੈਂ ਕੁਝ ਨਹੀਂ ਮੰਗਦਾ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਕ੍ਰਿਸ਼ਨ ਭਗਵਾਨ ਨੂੰ ਕਹਿੰਦਾ ਮੇਰਾ ਸੁਨੇਹਾ ਲਾ ਦਿਓ। ਕਹਿੰਦੇ ਕੀ ਸੁਨੇਹਾ ਤੇਰਾ? ਕਹਿੰਦਾ ਜਾ ਕੇ ਬਸ ਇੰਨੀ ਗੱਲ ਕਹਿ ਦਿਓ, ਤੇਰਾ ਬਚਪਨ ਦਾ ਮਿੱਤਰ ਆਇਆ ਸਦਾਮਾ। ਸਦਾਮਾ ਹੱਥ ਜੋੜ ਕੇ ਬੇਨਤੀ ਕਰਦਾ ਹੈ ਪਹਿਰੇਦਾਰਾਂ ਨੂੰ, ਕਹਿੰਦਾ ਜਾ ਕੇ ਦੱਸ ਦੋ। ਪਹਿਰੇਦਾਰ ਕਹਿੰਦੇ ਕੀ ਦਸੀਏ? ਕਹਿੰਦਾ ਜਾ ਕੇ ਦੱਸ ਦੋ। ਤੈਨੂੰ ਮਿਲਣ ਸਦਾਮਾ ਆਇਆ, ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ। ਤੈਨੂੰ ਮਿਲਣ ਸਦਾਮਾ ਆਇਆ, ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ। ਤੈਨੂੰ ਮਿਲਣ ਸਦਾਮਾ ਆਇਆ, ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ। ਤੈਨੂੰ ਮਿਲਣ ਸਦਾਮਾ ਆਇਆ, ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ। ਆਇਆ ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ। ਕਹਿ ਦਿਓ ਮਿਲਣ ਸਦਾਮਾ ਆਇਆ, ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ। ਕ੍ਰਿਸ਼ਨ ਮੁਰਾਰੀ ਨੂੰ, 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 ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ। ਤੈਨੂੰ ਮਿਲਣ ਸਦਾਮਾ ਆਇਆ, ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ। ਤੈਨੂੰ ਮਿਲਣ ਸਦਾਮਾ ਆਇਆ, ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ। ਤੈਨੂੰ ਮਿਲਣ ਸਦਾਮਾ ਆਇਆ, ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ। ਤੈਨੂੰ ਮਿਲਣ ਸਦਾਮਾ ਆਇਆ, ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ। ਸਦਾਮਾ ਆਇਆ, ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ। ਮਿਲਣ ਸਦਾਮਾ ਆਇਆ, ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ। ਮੇਰਾ ਕਹਿੰਦੇ ਇੰਨਾ ਕੁ ਸੁਨੇਹਾ ਲਾ ਦਿਓ, ਤੁਹਾਡਾ ਬਹੁਤ ਸ਼ੁਕਰੀਆ, ਧੰਨਵਾਦ ਹੈ। ਬਸ ਮੇਰਾ ਸੁਨੇਹਾ ਨਾ ਜਿਹੜਾ ਕਹਿੰਦੇ ਕ੍ਰਿਸ਼ਨ ਭਗਵਾਨ ਤੱਕ ਪਹੁੰਚਾ ਦਿਓ ਕਿ ਤੇਰਾ ਬਚਪਨ ਦਾ ਦੋਸਤ ਸਦਾਮਾ ਆਇਆ। ਆਖੋ ਸਤਨਾਮ ਵਾਹਿਗੁਰੂ। ਗੁਰੂ ਪਿਆਰਿਓ, ਜਿਹੜੇ ਰੱਬੀ ਰੂਪ ਹੁੰਦੇ ਨੇ ਨਾ, ਬੰਦਗੀ ਵਾਲੀਆਂ ਰੂਹਾਂ ਹੁੰਦੀਆਂ ਨੇ। ਭਗਵਾਨ ਕ੍ਰਿਸ਼ਨ ਦੀ ਗੁਰਬਾਣੀ ਵਿੱਚ ਬੜੀ ਸੋਭਾ ਤੇ ਉਸਤਤ ਆਈ ਹੈ। ਧੰਨ ਧੰਨ ਉਹ RAM ਬੇਨ ਬਾਜੈ,
ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਵਾਨ ਕ੍ਰਿਸ਼ਨ ਦੀ ਐਸੀ ਸੋਭਾ ਕੀਤੀ, ਐਸਾ ਨਕਸ਼ਾ ਖਿੱਚਿਆ ਸਤਿਗੁਰਾਂ ਨੇ। ਧੰਨ ਧੰਨ ਉਹ ਰਾਮ ਬੇਨ ਬਾਜੈ, ਕਹਿੰਦੇ ਧੰਨ ਸੀ ਉਹ ਬੰਸਰੀ ਜਿਹੜੀ ਭਗਵਾਨ ਵਜਾਉਂਦੇ ਹੁੰਦੇ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਾਧੁਰ ਮਾਧੁਰ ਧੁਨ ਅਨਹਤ ਗਾਜੈ, ਕਹਿੰਦੇ ਜਦੋਂ ਬੰਸਰੀ ਵਜਾਉਂਦੇ ਸੀ ਨਾ ਐਸੀ ਧੁਨ ਉੱਠਦੀ ਸੀ, ਐਦਾਂ ਲੱਗਦਾ ਸੀ ਆਕਾਸ਼ ਦੇ ਵਿੱਚੋਂ ਅੰਮ੍ਰਿਤ ਵਰਸ ਰਿਹਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਤੂੰ ਮਾਤਾ ਦੇਵਕੀ, ਭਗਵਾਨ ਕ੍ਰਿਸ਼ਨ ਜੀ ਦੀ ਮਾਤਾ ਸੀ ਨਾ ਜਿਹੜੀ, ਉਹਨਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਧੰਨ ਧੰਨ ਤੂੰ ਮਾਤਾ ਦੇਵਕੀ। ਕਹਿੰਦੇ ਮਾਤਾ ਕ੍ਰਿਸ਼ਨ ਭਗਵਾਨ ਦੀ ਮਾਤਾ ਕਹਿੰਦੇ ਧੰਨ ਹੈ। ਕਿਉਂ? ਜਿਉਂ ਗ੍ਰਹਿ ਜਿਹਦੇ ਘਰ ਵਿੱਚ ਆਪ ਪਰਮਾਤਮਾ ਭਗਵਾਨ ਕ੍ਰਿਸ਼ਨ ਦਾ ਰੂਪ ਧਾਰ ਕੇ ਆਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਹ ਗ੍ਰਹਿ ਰਮਈਆ ਕਮਲਾਪਤੀ, ਸਤਿਗੁਰੂ ਕਹਿੰਦੇ ਬੇਨ ਵਜਾਵੇ, ਕਹਿੰਦੇ ਜਦੋਂ ਬੰਸਰੀ ਵਜਾਉਂਦੇ ਸੀ ਨਾ ਗੋਦਨ ਚਰੈ, ਆਪਣੀ ਮੌਜ ਵਿੱਚ ਕਹਿੰਦੇ ਬੰਸਰੀ ਵਜਾਉਂਦੇ ਸੀ, ਗਊਆਂ ਚਰਦੀਆਂ ਸੀ। ਨਾਮੇ ਕਾ ਸੁਆਮੀ ਆਨੰਦ ਕਰੈ, ਸਤਿਗੁਰੂ ਕਹਿੰਦੇ ਜਦੋਂ ਭਗਵਾਨ ਕ੍ਰਿਸ਼ਨ ਕਹਿੰਦੇ ਬੰਸਰੀ ਵਜਾਉਂਦੇ ਸੀ, ਗਊਆਂ ਚਰਦੀਆਂ ਸੀ ਹਰੇ ਹਰੇ ਘਾਹ ਵਿੱਚ, ਸਤਿਗੁਰੂ ਕਹਿੰਦੇ ਉਹ ਜਿਹੜਾ ਆਨੰਦ ਸੀ ਨਾ, ਉਹ ਨਜ਼ਾਰਾ ਸੀ, ਕਹਿੰਦੇ ਵੇਖਣ ਵਾਲਾ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬੇਨ ਬਜਾਵੇ ਗੋਦਨ ਚਰੈ, ਨਾਮੇ ਕਾ ਸੁਆਮੀ ਆਨੰਦ ਕਰੈ। ਜਦੋਂ ਜਾ ਕੇ ਸੇਵਾਦਾਰਾਂ ਨੇ, ਪਹਿਰੇਦਾਰਾਂ ਨੇ ਦੱਸਿਆ ਨਾ ਪਿਆਰਿਓ, ਭਗਵਾਨ ਕਹਿੰਦੇ ਆਪਣੇ ਆਸਣ ਤੇ ਬੈਠੇ ਸੀ। ਜਦੋਂ ਜਾ ਕੇ ਦੱਸਣਾ ਕੀਤਾ, ਹਜੂਰ ਮਹਾਰਾਜ ਇੱਕ ਬਾਹਰ ਪਾਟੇ ਹੋਏ ਕੱਪੜੇ ਨੇ, ਬੜਾ ਗਰੀਬੜਾ ਜਿਹਾ ਲੱਗਦਾ ਹੈ। ਉਹ ਕਹਿੰਦਾ ਵੀ ਮੇਰਾ ਸੁਨੇਹਾ ਲਾ ਦਿਓ। ਉਹ ਕਹਿੰਦਾ ਭਗਵਾਨ ਕ੍ਰਿਸ਼ਨ ਨੂੰ ਮੇਰਾ ਸੁਨੇਹਾ ਲਾ ਦਿਓ ਕਿ ਤੁਹਾਡਾ ਬਚਪਨ ਦਾ ਦੋਸਤ ਸੁਦਾਮਾ ਆਇਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਇਹ ਬਾਜ ਭਗਵਾਨ ਕ੍ਰਿਸ਼ਨ ਦੇ ਕੰਨਾਂ ਵਿੱਚ ਪਈ, ਭਗਤ ਮਾਲਾ ਦੇ ਵਿੱਚ ਲਿਖਿਆ, ਕਹਿੰਦੇ ਉਸੇ ਟਾਈਮ ਭਗਵਾਨ ਕ੍ਰਿਸ਼ਨ ਜੀਆਂ ਨੇ ਆਪਣੇ ਚਰਨਾਂ ਦੇ ਵਿੱਚ ਜੋੜਾ ਬਣੀ ਪਾਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸਾਡੇ ਸਿੰਘਾਸਨ ਹਰ ਜੀ ਆਈ। ਹਰ ਜੀ ਸਾਡੇ ਸਿੰਘਾਸਨ ਆਏ, ਮਿਲਣ ਸਦਾ ਮੈਨੂੰ। 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 ਹਰ ਜੀ ਸਾਡੇ ਸਿੰਘਾਸਨ ਆਏ, ਮਿਲਣ ਸਦਾ ਮੈਨੂੰ।
ਵਾਹਿਗੁਰੂ ਹਰ ਜੀ ਸਾਡ ਸਿੰਘਾਸਨ ਆਏ ਮਿਲਣ ਸਦਾ ਮੈਨੂੰ ਹਰ ਜੀ ਛੱਡ ਸਿੰਘਾਸਣ ਆਏ ਮਿਲਣ ਸਦਾ ਮੈਨੂੰ ਹਰ ਜੀ ਛੱਡ ਸਿੰਘਾਸਣ ਆਏ ਮਿਲਣ ਸਦਾ ਮੈਨੂੰ ਸਾਡੀ ਛੱਡ ਸਿੰਘਾਸਣ ਆਏ ਮਿਲਣ ਸੁਦਾ ਮੈਨੂੰ ਹਰ ਜੀ ਛੱਡ ਸਿੰਘਾਸਣ ਆਏ ਮਿਲਣ ਸੁਦਾ ਮੈਨੂੰ ਸਦਾ ਮੈਨੂੰ ਮਿਲਣ ਸਦਾ 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 ਮੈਨੂੰ ਮੈਨੂੰ ਮਿਲਣ ਸੁਦਾ ਮੈਨੂੰ ਸੁਦਾ ਮੈਨੂੰ ਮਿਲਣ ਸੁਦਾ ਮੈਨੂੰ ਹਰ ਜੀ ਸਾਡ ਸਿੰਘਾਸਨ ਆਏ ਮਿਲਣ ਸਦਾ ਮੈਨੂੰ ਹਰ ਜੀ ਸਾਡ ਸਿੰਘਾਸਨ ਆਏ ਮਿਲਣ ਸਦਾ ਮੈਨੂੰ ਹਰ ਜੀ ਛੱਡ ਸਿੰਘਾਸਣ ਆਏ ਮਿਲਣ ਸਦਾ ਮੈਨੂੰ ਹਰ ਜੀ ਛੱਡ ਸਿੰਘਾਸਣ ਆਏ ਮਿਲਣ ਸਦਾ ਮੈਨੂੰ ਹਰ ਜੀ ਛੱਡ ਸਿੰਘਾਸਣ ਆਏ ਮਿਲਣ ਸੁਦਾ ਮੈਨੂੰ ਹਰ ਜੀ ਛੱਡ ਸਿੰਘਾਸਣ ਆਏ ਮਿਲਣ ਸੁਦਾ ਮੈਨੂੰ ਉਸੇ ਭਗਤ ਕਹਿੰਦੇ ਭਗਵਾਨ ਕ੍ਰਿਸ਼ਨ ਜੀ ਆਪਣੇ ਆਸਣਾ ਤੋਂ ਉੱਠੇ ਚਰਨਾਂ ਵਿੱਚ ਜੋੜਾ ਵੀ ਨਹੀਂ ਪਾਇਆ ਜਾ ਕੇ ਆਪਣੇ ਮਿੱਤਰ ਨੂੰ ਜੱਫੀ ਪਾ ਲਈ ਨਾਲੇ ਬਚਨ ਕਰਦੇ ਨੇ ਸਦਾਮਿਆ ਕਿੰਨਾ ਚਿਰ ਹੋਇਆ ਮਿਲਿਆਂ ਨੂੰ ਅੱਜ ਮਸਾਂ ਹੀ ਮਿਲਣ ਵਾਸਤੇ ਆਏ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਦਾਮਾ ਬੇਨਤੀ ਕਰਦਾ ਮਹਾਰਾਜ ਇਹੋ ਜਿਹਾ ਦਲਿੱਦਰ ਪਿਆ ਇੰਨੀ ਗਰੀਬੀ ਅੰਤਾਂ ਦੀ ਆ ਗਈ ਮਹਾਰਾਜ ਹੁਣ ਤਾਂ ਤੁਸੀਂ ਇਹ ਕਿਰਪਾ ਕਰੋਗੇ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਸਦਾਮੇ ਨੂੰ ਅੰਦਰ ਲਗਾਏ ਆਪਣੇ ਆਸਣ ਤੇ ਬਿਠਾਇਆ ਇਤਿਹਾਸ ਦੱਸਦਾ ਹੈ ਕਹਿੰਦੇ ਸਦਾਮੇ ਦੇ ਸੀਸ ਤੇ ਉਸ ਟਾਈਮ ਕਹਿੰਦੇ ਪੱਗ ਵੀ ਸਜਾਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਜਿਹੜੀ ਪੱਗ ਹੈ ਨਾ ਪਿਆਰਿਓ ਪੱਗ ਅਸੀਂ ਇੱਕ ਨਾਰਮਲ ਚੀਜ਼ ਸਮਝ ਲਈ ਆਮ ਚੀਜ਼ ਸਮਝ ਲਈ ਜਿਹੜੀ ਪੱਗ ਹੈ ਨਾ ਪੱਗ ਸਾਰੇ ਕੱਪੜੇ ਤੇਰੇ ਸਮਾਜਿਕ ਨੇ ਧਿਆਨ ਦਿਓ ਗੁਰੂ ਪਿਆਰਿਓ ਮਾਈਆਂ ਬੀਬੀਆਂ ਭੈਣਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਭਾਵੇਂ ਭਾਈ ਹੈ ਭਾਵੇਂ ਭੈਣ ਹੈ ਸਾਡੇ ਸਾਰੇ ਸਰੀਰ ਦੇ ਕੱਪੜੇ ਸਮਾਜਿਕ ਨੇ ਜਿਹੜੀ ਪੱਗ ਹੈ ਨਾ ਇਹ ਇਤਿਹਾਸਕ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਬੀਬੀਆਂ ਦਾ ਦੁਪੱਟਾ ਸਿਰ ਤੇ ਲੈਂਦੀਆਂ ਨੇ ਚੁੰਨੀ ਇਹ ਵੀ ਇਤਿਹਾਸਕ ਹੈ ਕਿਉਂਕਿ ਸਤਿਗੁਰਾਂ ਨੇ ਜਿੱਥੇ ਭਾਈਆਂ ਦਾ ਸਤਿਕਾਰ ਕੀਤਾ ਉੱਥੇ ਭੈਣਾਂ ਦਾ ਵੀ ਬੜਾ ਸਤਿਕਾਰ ਕੀਤਾ ਹੈ ਹਰ ਇੱਕ ਨਾਮ ਦੇ ਪਿੱਛੇ ਲੱਗਦਾ ਨਾ ਸਿੰਘ ਫਲਾਣਾ ਸਿੰਘ ਸਿੰਘ ਦੇ ਅਰਥ ਨੇ ਸ਼ੇਰ ਬੀਬੀਆਂ ਦੇ ਨਾਮ ਦੇ ਪਿੱਛੇ ਲੱਗਦਾ ਕੌਰ ਕੌਰ ਦਾ ਅਰਥ ਹੈ ਛੋਟਾ ਸ਼ੇਰ ਸਿੰਘ ਦਾ ਅਰਥ ਬਣਦਾ ਸ਼ੇਰ ਕੌਰ ਦਾ ਅਰਥ ਬਣਦਾ ਛੋਟਾ ਸ਼ੇਰ ਦੇਖੋ ਕਿੰਨਾ ਸਾਨੂੰ ਮਾਨ ਗੁਰਬਾਣੀ ਨੇ ਸਾਡੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਪੱਗ ਦੀ ਤੇ ਸਾਡੇ ਸਿਰ ਦੇ ਦੁਪੱਟੇ ਦੀ ਅਸੀਂ ਲਾਜ ਰੱਖੀਏ ਗੁਰੂ ਪਿਆਰਿਓ ਦਾ ਸਤਿਕਾਰ ਕਰਿਆ ਕਰੋ ਸਿਰ ਦਾ ਦੁਪੱਟਾ
ਜਿਹੜਾ ਬੀਬੀਆਂ ਚੁੰਨੀ ਲੈਂਦੀਆਂ ਨੇ, ਕੇਸਗੀ ਬੰਨ੍ਹਦੀਆਂ ਨੇ, ਭਾਈ ਪੱਗ ਬੰਨ੍ਹਦੇ ਨੇ, ਇਹ ਇਤਿਹਾਸਕ ਨੇ, ਸਮਾਜਿਕ ਨਹੀਂ। ਸਦਾਮੇ ਦੇ ਸਿਰ ਤੇ ਇਤਿਹਾਸ ਦੱਸਦਾ, ਕਹਿੰਦੇ ਭਗਵਾਨ ਕ੍ਰਿਸ਼ਨ ਜੀਆਂ ਨੇ ਪੱਗ ਸਜਾਈ, ਨਾਲੇ ਫਿਰ ਪਿਆਰ ਦੇ ਵਿੱਚ ਆਪਸ ਵਿੱਚ ਬਚਨ ਕਰਦੇ ਨੇ। ਇੰਨੇ ਪਿਆਰ ਦੇ ਨਾਲ ਬਚਨ ਕਰਦੇ ਨੇ। ਭਗਵਾਨ ਕ੍ਰਿਸ਼ਨ ਦੁਨੀਆ ਦੇ ਰਾਜੇ ਸਦਾਮੇ ਨੂੰ ਕਹਿੰਦੇ ਲਿਆ ਫਿਰ ਅੱਜ ਭਰਜਾਈ ਨੇ ਕੀ ਭੇਜਿਆ? ਕਹਿੰਦੇ ਸਕਣ ਵਾਸਤੇ, ਆਖੋ ਸਤਨਾਮ। ਇੰਨਾ ਪਿਆਰ ਕਰਦੇ ਨੇ। ਪੱਲੇ ਦੇ ਨਾਲੋਂ ਚੌਲਾਂ ਦੀ ਮੁੱਠੀ ਖੋਲੀ ਸਦਾਮੇ ਨੇ। ਭਗਵਾਨ ਕ੍ਰਿਸ਼ਨ ਚੌਲਾਂ ਦਾ ਫੱਕਾ ਮਾਰ ਜਾਂਦੇ ਨੇ, ਆਪ ਮਹਾਰੇ ਬਚਨ ਕਰ ਰਹੇ ਨੇ। ਕੀ ਬਚਨ ਕਰਦੇ ਨੇ? ਕਹਿੰਦੇ ਬੜਾ ਵਧੀਆ ਪਦਾਰਥ ਲੈ ਕੇ ਆਇਆ, ਇੰਨਾ ਸਵਾਦ, ਤੇਰੇ ਤੇ ਤਾਂ ਬੜੀ ਕਿਰਪਾ ਹੋਗੀ। ਆਪ ਮਹਾਰੇ ਬਚਨ ਕਰ ਰਹੇ ਨੇ। ਗੁਰੂ ਪਿਆਰਿਓ, ਕਿਸੇ ਵੀ ਸਾਧੂ ਮਹਾਪੁਰਸ਼ ਕੋਲ ਜਾਈਏ, ਸਤਿਗੁਰਾਂ ਦੇ ਚਰਨਾਂ ਵਿੱਚ ਜਾਈਏ, ਸੰਗਤ ਦੇ ਵਿੱਚ ਜਾਈਏ, ਜੇ ਸਾਡੇ ਮਨ ਵਿੱਚ ਭਾਵਨਾ ਹੈ ਨਾ, ਭਾਵਨਾ, ਫਿਰ ਸਤਿਗੁਰੂ ਝੋਲੀਆਂ ਭਰ ਦਿੰਦੇ ਨੇ। ਆਖੋ ਸਤਨਾਮ। ਇਤਿਹਾਸ ਦੱਸਦਾ, ਕਹਿੰਦੇ ਸਦਾਮੇ ਨੂੰ ਭਗਵਾਨ ਕ੍ਰਿਸ਼ਨ ਨੇ ਕੁਝ ਸਮਾਂ ਆਪਦੇ ਕੋਲ ਰੱਖਿਆ। ਸੇਵਾਦਾਰਾਂ ਨੂੰ ਕਿਹਾ ਇਹਦੀ ਸੇਵਾ ਕਰੋ। ਕੁਝ ਟਾਈਮ ਬਾਅਦ ਸਦਾਮੇ ਨੇ ਆਗਿਆ ਮੰਗੀ। ਗੁਰੂ ਪਿਆਰਿਓ, ਇਹ ਵੀ ਧਿਆਨ ਕਰਿਆ ਕਰੋ। ਕਿਸੇ ਵੀ ਸੰਗਤ ਵਿੱਚ ਜਾਈਏ, ਕਿਸੇ ਮਹਾਪੁਰਖਾਂ ਦੇ ਕੋਲ ਜਾਈਏ, ਐਦਾਂ ਨਾ ਕਿਹਾ ਕਰੋ ਸਾਨੂੰ ਛੁੱਟੀ ਦਿਓ ਜੀ, ਆਗਿਆ ਮੰਗਿਆ ਕਰੋ। ਕਿਉਂਕਿ ਗੱਲਾਂ ਨੋਟ ਕਰਨ ਵਾਲੀਆਂ ਨੇ। ਜੇ ਸਤਿਗੁਰਾਂ ਨੇ ਸਾਨੂੰ ਛੁੱਟੀ ਕਰਤੀ, ਫਿਰ ਜਾਵਾਂਗੇ ਕਿੱਥੇ? ਆਖੋ ਸਤਨਾਮ। ਆਗਿਆ ਮੰਗਿਆ ਕਰੋ। ਜਦੋਂ ਵੀ ਸਤਿਗੁਰੂ ਦੇ ਚਰਨਾਂ ਕੋਲ ਜਾਣਾ, ਕਿਸੇ ਮਹਾਪੁਰਖਾਂ ਸਾਧੂ ਕੋਲ ਜਾਣਾ ਹੈ, ਹੱਥ ਜੋੜ ਕੇ ਬੇਨਤੀ ਕਰਿਆ ਕਰੋ, ਆਗਿਆ ਦਿਓ ਜੀ। ਕਹਿੰਦੇ ਸਦਾਮੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਭਗਵਾਨ ਕ੍ਰਿਸ਼ਨ ਨੂੰ ਕਿ ਮਹਾਰਾਜ, ਬੱਚੇ ਡੀਕਦੇ ਹੋਣਗੇ, ਕਬੀਲਦਾਰੀ ਹੈ, ਉਹੀ ਕਮਾਉਨੇ ਆ, ਉਹੀ ਖਾਣੇ ਆ, ਆਗਿਆ ਦਿਓ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਆਪਣੀ ਖੁਸ਼ੀਆਂ ਦੇ ਵਿੱਚ ਆਏ, ਸਦਾਮੇ ਨੂੰ ਆਗਿਆ ਦੇ ਦਿੱਤੀ। ਕਹਿੰਦੇ ਭਾਈ ਚਲਿਆ ਜਾ, ਦੁਬਾਰਾ ਫੇਰ ਆ ਜੀ ਇੱਕ ਦਿਨ। ਦਵਾਰਕਾ ਤੋਂ ਚਾਲੇ ਪਾਏ ਸਦਾਮੇ ਨੇ, ਗੋਕਲ ਦੇ ਵਿੱਚ ਆਇਆ। ਜਦੋਂ ਆਪਣੇ ਘਰਾਂ ਦੇ ਕੋਲ ਪਹੁੰਚਿਆ ਨਾ, ਗੁਰੂ ਪਿਆਰਿਓ, ਆਪਣਾ ਘਰ ਐਸੀ ਭਗਵਾਨ ਦੀ ਲੀਲਾ ਵਰਤ ਗਈ। ਆਪਣਾ ਘਰ ਸੀ ਨਾ ਜਿਹੜਾ, ਲੱਭਣਾ ਹੀ ਔਖਾ ਹੋ ਗਿਆ। ਆਖੋ ਸਤਨਾਮ। ਵੱਡੇ ਵੱਡੇ ਮਹਿਲ ਬੰਗਲੇ ਬਣੇ ਪਏ ਨੇ। ਖੜ ਕੇ ਕਹਿੰਦੇ ਸੋਚਣ ਲੱਗ ਗਿਆ ਕਿ ਮੇਰੀ ਜਿਹੜੀ ਕੁੱਲੀ ਸੀ ਨਾ, ਰਹਿਣ ਵਾਲੀ, ਮੇਰੇ ਬੱਚੇ, ਕਿਸੇ ਤਕੜੇ ਬੰਦੇ ਨੇ ਕਹਿੰਦੇ ਮੇਰੀ ਜਗ੍ਹਾ ਰੋਕ ਕੇ ਆਪਣੇ ਵੱਡੇ ਵੱਡੇ ਬੰਗਲੇ ਪਾ ਲਏ। ਮਨ ਵਿੱਚ ਵਿਚਾਰਾਂ ਕਰਦਾ ਹੈ। ਐਨੇ ਵਿੱਚ ਸਦਾਮੇ ਦਾ ਇੱਕ ਬੱਚਾ ਬਾਹਰ ਨਿਕਲਿਆ। ਸਦਾਮੇ ਨੂੰ ਜੱਫੀ ਪਾ ਲਈ। ਪਿਤਾ ਜੀ, ਜਿਹੜੇ ਤੁਸੀਂ ਦਵਾਰਕਾ ਤੋਂ ਕਹਿੰਦੇ ਬੰਦੇ ਭੇਜੇ ਸੀ ਨਾ, ਆਪਣਾ ਘਰ ਬਣਾ ਗਏ, ਸੌਦੇ ਪੱਤੇ ਦੀਆਂ ਬੋਰੀਆਂ ਸਿੱਟ ਗਏ, ਮਾਇਆ ਦੇ ਗਏ, ਕੱਪੜਾ ਦੇ ਗਏ। ਸਦਾਮੇ ਤੋਂ ਬੋਲਿਆ ਨਹੀਂ ਜਾਂਦਾ, ਨੇਤਰਾਂ ਦੇ ਵਿੱਚੋਂ ਬਰਾਗ।
ਇੰਨਾ ਬਰਾਗ ਕਿ ਭਗਵਾਨ ਕ੍ਰਿਸ਼ਨ ਜੀਆਂ ਦੀ ਲੀਲਾ ਵਰਤ ਗਈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਹੁਣ ਯਾਦ ਕਰਦਾ ਕਿ ਭਗਵਾਨ ਕ੍ਰਿਸ਼ਨ ਜੀ ਜਦੋਂ ਚੌਲਾਂ ਦਾ ਫੱਕਾ ਮਾਰਦੇ ਸੀ ਨਾ, ਉਦੋਂ ਬਚਨ ਜਿਹੜੇ ਕਰਦੇ ਸੀ, ਇਹ ਤਾਂ ਉਹਨਾਂ ਦੀ ਖੇਡ ਵਰਤ ਗਈ। ਦੇਖੋ ਗੁਰੂ ਪਿਆਰਿਓ, ਜਿਹੜਾ ਆਪਣਾ ਮਿੱਤਰ ਹੁੰਦਾ ਨਾ, ਮਿੱਤਰ ਦੋਸਤ, ਉਹਨੂੰ ਮਿੱਤਰ ਬਣਾ ਕੇ ਰੱਖੀਏ, ਉਹਦਾ ਮਾਣ ਰੱਖੀਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਆਪਸ ਵਿੱਚ ਇੰਨਾ ਪ੍ਰੇਮ ਕਰ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆਂ। ਜਿਵੇਂ ਧੰਨੇ ਭਗਤ ਨੂੰ ਪ੍ਰਤੱਖ ਹੋ ਕੇ ਕਿੱਡੇ ਕਿੱਡੇ ਕੌਤਕ ਵਿਖਾਏ, ਉਸੇ ਤਰ੍ਹਾਂ ਸਦਾਮੇ ਨੂੰ ਬਹੁਤ ਵੱਡੇ ਵੱਡੇ ਕੌਤਕ ਭਗਵਾਨ ਕ੍ਰਿਸ਼ਨ ਜੀਆਂ ਨੇ ਵਿਖਾਏ। ਸਦਾਮਾ ਮਨ ਵਿੱਚ ਸੋਚਦਾ ਹੈ, ਕਹਿੰਦਾ ਮਿੱਤਰ ਹੋਵੇ ਇਹੋ ਜਿਹਾ ਹੋਣਾ ਚਾਹੀਦਾ ਹੈ। ਹੁਣ ਕਈ ਮਿੱਤਰ ਐਸੇ ਹੁੰਦੇ ਨੇ, ਜਦੋਂ ਕਿਸੇ ਉੱਚੇ ਅਹੁਦੇ ਤੇ ਪਹੁੰਚ ਜਾਂਦੇ ਨੇ ਨਾ, ਆਪਣੇ ਮਿੱਤਰ ਨੂੰ ਭੁੱਲ ਜਾਂਦੇ ਨੇ, ਆਪਣੇ ਦੋਸਤਾਂ ਨੂੰ ਭੁੱਲ ਜਾਂਦੇ ਨੇ। ਜਦੋਂ ਅਮੀਰ ਹੋ ਜਾਂਦੇ ਨੇ, ਮਾਇਆ ਆ ਜਾਂਦੀ ਹੈ, ਉੱਚੇ ਅਹੁਦੇ ਤੇ ਡਿਗਰੀਆਂ ਤੇ ਪਹੁੰਚ ਜਾਂਦੇ ਨੇ, ਆਪਣੇ ਜਿਹੜਾ ਗਰੀਬ ਦੋਸਤ ਹੁੰਦਾ ਨਾ, ਮਿੱਤਰ ਹੁੰਦਾ, ਉਹਨੂੰ ਭੁੱਲ ਜਾਂਦੇ ਨੇ। ਜਦੋਂ ਗਰੀਬ ਮਿੱਤਰ ਫਿਰ ਫੋਨ ਕਰਦਾ ਅੱਗੋਂ ਕੀ ਕਹਿੰਦਾ, ਕਹਿੰਦਾ ਟਾਈਮ ਹੀ ਨਹੀਂ ਲੱਗਦਾ ਗੱਲ ਕਰਨ ਦਾ। ਸਦਾਮਾ ਜੀ ਕਹਿ ਰਹੇ ਨੇ, ਮਿੱਤਰਾਂ ਦਾ ਜੀ ਮਾਨ ਕਰੀਏ, 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 ਮਿੱਤਰਾਂ ਦਾ ਜੀ ਮਾਣ ਕਰੀਏ, ਮਿੱਤਰਾਂ ਦਾ ਜੀ ਮਾਣ ਕਰੀਏ। ਭਾਵੇਂ ਰਾਜਿਆਂ ਤੋਂ ਮਹਾਰਾਜੇ ਹੋ ਜੀਏ, ਮਿੱਤਰਾਂ ਦਾ ਮਾਨ ਕਰੀਏ। ਭਾਵੇਂ ਰਾਜਿਆਂ ਤੋਂ ਮਹਾਰਾਜੇ ਹੋ ਜੀਏ, ਮਿੱਤਰਾਂ ਦਾ ਮਾਨ ਕਰੀਏ। ਭਾਵੇਂ ਰਾਜਿਆਂ ਤੋਂ ਮਹਾਰਾਜੇ ਹੋ ਜੀਏ, ਮਿੱਤਰਾਂ ਦਾ ਮਾਣ ਕਰੀਏ, ਭਾਵੇਂ ਰਾਜਿਆਂ ਤੋਂ ਮਹਾਰਾਜੇ ਹੋ ਜੀਏ, ਮਿੱਤਰਾਂ ਦਾ ਮਾਣ ਕਰੀਏ, ਭਾਵੇਂ ਰਾਜਿਆਂ ਤੋਂ ਮਹਾਰਾਜੇ ਹੋ ਜੀਏ, ਮਿੱਤਰਾਂ ਦਾ ਮਾਣ ਕਰੀਏ। ਭਾਵੇਂ ਰਾਜਿਆਂ ਤੋਂ ਮਹਾਰਾਜੇ ਹੋ ਜੀਏ, ਮਿੱਤਰਾਂ ਦਾ ਮਾਣ ਕਰੀਏ, ਭਾਵੇਂ ਰਾਜਿਆਂ ਤੋਂ ਮਹਾਰਾਜੇ ਹੋ ਜੀਏ, ਮਿੱਤਰਾਂ ਦਾ ਮਾਣ ਕਰੀਏ, ਭਾਵੇਂ ਰਾਜਿਆਂ ਤੋਂ ਮਹਾਰਾਜੇ ਹੋ ਜੀਏ, ਮਿੱਤਰਾਂ ਦਾ ਮਾਣ ਕਰੀਏ, ਭਾਵੇਂ ਰਾਜਿਆਂ ਤੋਂ ਮਹਾਰਾਜੇ ਹੋ ਜੀਏ, ਮਿੱਤਰਾਂ ਦਾ ਮਾਣ ਕਰੀਏ, ਭਾਵੇਂ ਰਾਜਿਆਂ ਤੋਂ ਮਹਾਰਾਜੇ ਹੋ ਜੀਏ, ਮਿੱਤਰਾਂ ਦਾ ਮਾਣ ਕਰੀਏ, ਰੱਬ ਵਰਗਾ ਮਿੱਤਰ ਨਾ ਕੋਈ, ਮਿੱਤਰਾਂ ਦੀ ਦੇਖੀ ਦੁਨੀਆ। ਰੱਬ ਵਰਗਾ ਮਿੱਤਰ ਨਾ ਕੋਈ, ਮਿੱਤਰਾਂ ਦੀ ਦੇਖੀ ਦੁਨੀਆ। ਰੱਬ ਵਰਗਾ ਮਿੱਤਰ ਨਾ ਕੋਈ, ਮਿੱਤਰਾਂ ਦੀ ਦੇਖੀ ਦੁਨੀਆ। ਰੱਬ ਵਰਗਾ
ਲਗਾ ਮਿੱਤਰ ਨਾ ਕੋਈ। ਤੇਰਾ ਨੀ ਦੇਖੀ ਦੁਨੀਆ। ਸੁਦਾਮਾ ਜੀ ਦੇ ਨੇਤਰਾਂ ਦੇ ਵਿੱਚੋਂ ਬਰਾਗ, ਗਲੇ ਦੇ ਵਿੱਚੋਂ ਬੋਲਿਆ ਨਹੀਂ ਜਾਂਦਾ। ਬਚਨ ਕਰ ਰਹੇ ਨੇ ਆਪਣੇ ਬੱਚਿਆਂ ਨੂੰ ਘਰ ਵਾਲੀ ਦੇ ਨਾਲ। ਕਹਿੰਦੇ ਮਿੱਤਰ ਹੋਵੇ ਭਗਵਾਨ ਕ੍ਰਿਸ਼ਨ ਵਰਗਾ ਹੋਵੇ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਐਡੇ ਵੱਡੇ ਉੱਚੇ ਅਹੁਦੇ ਤੇ ਪਹੁੰਚ ਕੇ ਵੀ ਸਾਨੂੰ ਉਤਾਰ ਦਿੱਤਾ। ਗੁਰੂ ਪਿਆਰਿਓ, ਅੱਜ ਸਾਡੇ ਸਤਿਗੁਰੂ ਆਪਣੀ ਹਥੇਲੀ ਤੇ ਦਾਤਾਂ ਰੱਖੀ ਬੈਠੇ ਨੇ। ਜਿੰਨੀਆਂ ਮਰਜ਼ੀ ਦਾਤਾਂ ਸਤਿਗੁਰਾਂ ਤੋਂ ਪ੍ਰਾਪਤ ਕਰ ਸਕਦੇ ਹਾਂ ਅਸੀਂ। ਜੋ ਮਰਜ਼ੀ ਮੰਗ ਲਓ, ਇਹ ਦਾਤਾਂ ਦੇ ਮਾਲਕ ਨੇ। ਦੱਦਾ ਦਾਤਾ ਏਕ ਹੈ, ਇੱਕੋ ਹੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਟਾਰਟਿੰਗ ਦੇ ਵਿੱਚ ਨਾ, ਸਭ ਤੋਂ ਸ਼ੁਰੂ ਵਿੱਚ ਕਿਸੇ ਦਾ ਨਾਮ ਨਹੀਂ ਆਉਂਦਾ, ਕੋਈ ਮਹੱਲਾ ਨਹੀਂ ਆਉਂਦਾ। ਕੀ ਆਉਂਦਾ ਹੈ? ਇੱਕ ਓੰਕਾਰ। ਸ਼ੁਰੂ ਦੇ ਵਿੱਚ ਸਾਨੂੰ ਗਿਆਨ ਕਰਵਾ ਦਿੱਤਾ। ਉਹ ਕਹਿੰਦੇ ਰੱਬ ਇੱਕੋ ਹੀ ਹੈ, ਪਰਮਾਤਮਾ ਇੱਕੋ ਹੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੱਜ ਸੰਗਤਾਂ ਬੜੀ ਦੂਰ ਦੂਰ ਤੋਂ ਦਰਸ਼ਨ ਕਰਨ ਜਾਂਦੀਆਂ ਨੇ। ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੇਵਾਦਾਰਾਂ ਨੂੰ ਕਹਿ ਰਹੇ ਨੇ, ਕਹਿੰਦੇ ਭਾਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਨਾਮ ਹੈ ਨਾ, ਇਹ ਕਿਸੇ ਦੇ ਨਾਮ ਤੇ ਨਹੀਂ ਰੱਖਣਾ। ਇਹ ਕਹਿੰਦੇ ਹਰੀ ਦਾ ਮੰਦਰ ਹੈ, ਇਹਦਾ ਨਾਮ ਕਹਿੰਦੇ ਹਰਿਮੰਦਰ ਸਾਹਿਬ ਰੱਖ ਦਿਓ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਗੁਰੂ ਪਿਆਰਿਓ, ਸਤਿਗੁਰੂ ਦੇ ਚਰਨਾਂ ਨਾਲ ਜੁੜੀਏ। ਜਿਨ੍ਹਾਂ ਦੇ ਘਰਾਂ ਪਰਿਵਾਰਾਂ ਦੇ ਵਿੱਚ ਕਿਰਪਾ ਹੈ ਨਾ ਪ੍ਰਮਾਤਮਾ ਦੀ, ਆਰਥਿਕ ਪੱਖੋਂ ਆਪਣੇ ਘਰ ਵਿੱਚ ਗੁਰਬਾਣੀ ਦਾ ਜਾਪ ਚਲਾਇਆ ਕਰੋ। ਕੋਈ ਸਹਿਜ ਪਾਠ, ਕੋਈ ਸੁਖਮਨੀ ਸਾਹਿਬ ਦਾ ਪਾਠ, ਕੋਈ ਸ੍ਰੀ ਅਖੰਡ ਪਾਠ ਸਾਹਿਬ। ਜਿਵੇਂ ਇਸ ਪਰਿਵਾਰ ਤੇ ਬਹੁਤ ਵੱਡੀ ਕਿਰਪਾ ਹੋਈ ਹੈ। ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀਤਾ ਜੀ ਦਾ ਨਾਮ ਸਤਿਕਾਰ ਨਾਲ ਜੀਤਾ ਕਰਕੇ ਬੁਲਾਇਆ ਜਾਂਦਾ। ਭਾਈ ਜੀਤਾ ਸਿੰਘ, ਉਹਨਾਂ ਦੀ ਫੁੱਲਵਾੜੀ। ਕਾਕਾ ਗੁਰਪ੍ਰੀਤ ਸਿੰਘ, ਜਿਨ੍ਹਾਂ ਦੇ ਨੌਕਰੀ ਵਾਸਤੇ ਸੁਖਣਾ ਸੁਖੀ ਸੀ ਪਰਿਵਾਰ ਨੇ ਕਿ ਆਰਮੀ ਦੇ ਵਿੱਚ ਸਿਲੈਕਟ ਹੋ ਜਾਣ। ਸਤਿਗੁਰੂ ਨੇ ਇਹਨਾਂ ਦੀ ਇੱਛਾ ਪੂਰੀ ਕੀਤੀ ਹੈ। ਤੇ ਦੂਸਰੇ ਭਰਾ ਭਾਈ ਸਾਹਿਬ ਭਾਈ ਜਸਵੰਤ ਸਿੰਘ, ਤੀਸਰੇ ਕਾਕਾ ਅਮਨਦੀਪ ਸਿੰਘ, ਤੇ ਚੌਥੇ ਭਾਈ ਸਾਹਿਬ ਭਾਈ ਸਤਿਗੁਰ ਸਿੰਘ। ਭਾਈ ਜੀਤਾ ਸਿੰਘ ਦੇ ਸਾਰੇ ਪਰਿਵਾਰ ਵੱਲੋਂ ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ, ਜਿਨ੍ਹਾਂ ਦੇ ਨਿਰਵਿਘਨਤਾ ਸਹਿਤ ਅੰਮ੍ਰਿਤ ਵੇਲੇ ਭੋਗ ਪਾਏ ਗਏ। ਤੇ ਪਰਿਵਾਰ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਹੈ, ਬਹੁਤ ਜ਼ਿਆਦਾ। ਸਾਰੇ ਪਰਿਵਾਰ ਦਾ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਗ੍ਰੰਥੀ ਸਿੰਘਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ 3 ਦਿਨ ਗੁਰਬਾਣੀ ਪੜ੍ਹੀ, ਸੇਵਾ ਕੀਤੀ, ਦੇਗਾਂ ਸਜਾਈਆਂ, ਭੋਗ ਲਵਾਏ। ਇਹ ਦਰਗਾਹੀ ਸੇਵਾ ਹੈ ਪਿਆਰਿਓ। ਸਤਿਗੁਰੂ ਦਾ ਰਮਾਲਾ ਸਾਹਿਬ ਦੀ ਸੇਵਾ ਕਰਨੀ, ਬਦਲ ਦੇਣਾ, ਦੇਗ ਸਜਾ ਲੈਣੀ, ਭੋਗ ਲਵਾ ਦੇਣਾ, ਇਹ ਦਰਗਾਹੀ ਸੇਵਾ ਹੈ। ਗ੍ਰੰਥੀ ਸਿੰਘਾਂ ਦਾ, ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਦੁਬਾਰਾ ਫੇਰ ਭਾਈ ਸਾਹਿਬ ਭਾਈ ਜੀਤਾ ਸਿੰਘ ਦੇ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਕਿਰਪਾ ਕਰਨ, ਭਾਗ ਲਾਉਣ ਇਸ ਜਗ੍ਹਾ ਨੂੰ, ਤਰੱਕੀਆਂ ਬਖਸ਼ਣ। ਸਤਿਗੁਰੂ ਆਓ। ਇੱਕ ਧਾਰਨਾ ਬੋਲ ਕੇ ਫਿਰ ਸਮਾਪਤੀ ਹੈ। ਸਤਿਗੁਰੂ ਕਿਰਪਾ ਕਰਨ। ਹੋਵੇ ਮਨਜੂਰੇ ਨਾ ਸੇਵਕਾਂ ਦੀ ਸੇਵਾ,
ਕਰਿਓ ਮਨਜੂਰ ਇਹਨਾਂ ਸੇਵਕਾਂ ਦੀ ਸੇਵਾ ਹੋਵੇ ਮਨਜੂਰ ਇਹਨਾਂ ਸੇਵਕਾਂ ਦੀ ਸੇਵਾ ਹੋਵੇ ਕਰਿਓ ਮਨਜੂਰ ਇਹਨਾਂ ਸੇਵਕਾਂ ਦੀ ਸੇਵਾ ਓ ਮਨਜੂਰ ਨਾ ਸੇਵਕਾਂ ਦੀ ਸੇਵਾ ਹੋਵੇ ਮਨਜੂਰ ਨਾ ਸੇਵਕਾਂ ਦੀ ਸੇਵਾ ਕਰਿਓ ਮਨਜੂਰ ਇਹਨਾਂ ਸੇਵਕਾਂ ਦੀ ਸੇਵਾ ਹੋਵੇ ਮਨਜੂਰ ਇਹਨਾਂ ਸੇਵਕਾਂ ਦੀ ਸੇਵਾ ਓ ਮਨਜੂਰ ਇਹਨਾਂ ਸੇਵਕਾਂ ਦੀ ਸੇਵਾ ਹੋਵੇ ਮਨਜੂਰ ਇਹਨਾਂ ਸੇਵਕਾਂ ਦੀ ਸੇਵਾ ਓ ਮਨਜੂਰ ਨਾ ਸੇਵਕਾਂ ਦੀ ਸੇਵਾ ਹੋਵੇ ਮਨਜੂਰ ਨਾ ਸੇਵਕਾਂ ਦੀ ਸੇਵਾ ਸੇਵਕਾਂ ਦੀ ਸੇਵਾ ਇਹਨਾਂ 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 ਸੇਵਕਾਂ ਦੀ ਸੇਵਾ ਹੋਵੇ ਮਨਜੂਰ ਇਹਨਾਂ ਸੇਵਕਾਂ ਦੀ ਸੇਵਾ ਕਰਿਓ ਮਨਜੂਰ ਇਹਨਾਂ ਸੇਵਕਾਂ ਦੀ ਸੇਵਾ ਹੋਵੇ ਮਨਜੂਰ ਇਹਨਾਂ ਸੇਵਕਾਂ ਦੀ ਸੇਵਾ ਕਰੋ ਮਨਜੂਰ ਇਹਨਾਂ ਸੇਵਕਾਂ ਦੀ ਸੇਵਾ ਸਤਿਗੁਰੂ ਕਿਰਪਾ ਕਰਨ ਸੇਵਕ ਪਰਿਵਾਰ ਦੀਆਂ ਸੇਵਾਵਾਂ ਸਤਿਗੁਰੂ ਪ੍ਰਵਾਨ ਕਰਨ। ਸੋ ਜਿੰਨੀ ਵੀ ਸੰਗਤ ਪਹੁੰਚੀ ਹੈ ਪਿਆਰਿਓ, ਪਰਿਵਾਰ ਵੱਲੋਂ ਸਾਰੀ ਸੰਗਤ ਦਾ, ਸਾਰੇ ਰਿਸ਼ਤੇਦਾਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਆਨੰਦ ਸਾਹਿਬ ਦੇ ਵਿੱਚ ਬੋਲ ਕੇ ਰਸਨਾ ਪਵਿੱਤਰ ਕਰੀਏ। ਸਮਾਪਤੀ ਦਾ ਸਮਾਂ।